ਵਿਆਜੜੀਏ ਨੇ ਪੈਸੇ ਦਿੱਤੇ, ਵਿਆਜ ਲਿਆ 2 ਸਾਲ ਤੱਕ। ਉਸ ਤੋਂ ਬਾਅਦ ਪੈਸੇ ਵੀ ਜਿਹੜੇ ਆ ਕੁਝ ਰਕਮ ਦੇ ਵਿੱਚੋਂ ਰਕਮ ਘਟਾ ਦਿੱਤੀ ਗਈ, ਪਰ ਫਿਰ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ। ਸਾਡੇ ਬੱਚੇ ਵੀ ਨਹੀਂ ਪੜ੍ਹੇ, ਕੋਈ ਖਾਨਦਾਨ ਸਾਡਾ ਮਤਲਬ ਕਿ ਪਰਿਵਾਰ 'ਚ ਕੋਈ ਨਹੀਂ ਪੜ੍ਹਿਆ ਹੈਗਾ, ਤੇ ਇਹਨੇ ਸਾਨੂੰ ਪਤਾ ਨਹੀਂ ਲੱਗਾ ਤੇ ਕਿਹੜੇ ਵੇਲੇ ਇਹਨੇ ਸਾਡਾ ਬਿਆਨਾ ਕਰਾ ਲਿਆ ਏ। 4 ਦਿਨ ਹੋ ਗਏ ਮੇਰੇ ਆਦਮੀ ਮਰੇ ਨੂੰ, ਉਸੇ ਵੇਲੇ ਮੇਰੇ ਘਰ ਪੈਸੇ ਮੰਗਣ ਆ ਗਏ। ਆਂਦੇ ਪੈਸੇ ਦੇ, ਜਿੱਥੋਂ ਮਰਜ਼ੀ ਤੇਰੇ ਮਕਾਨ ਨੂੰ ਤਾਲਾ ਮਰਵਾ ਦੇਣਾ, ਤੇਰੇ ਬੱਚਿਆਂ ਨੂੰ ਬਾਹਰ ਕਢਾ ਦੇਣਾ ਵਾ। ਦੱਸੋ ਮੈਂ ਕਿੱਥੇ ਬੱਚੇ ਲੈ ਕੇ ਜਾਵਾਂ? ਸਾਨੂੰ ਕਹਿੰਦਾ ਜਿੱਥੋਂ ਮਰਜ਼ੀ ਪੈਸੇ ਲਿਆ ਕੇ ਦਿਓ। ਅਸੀਂ ਫਿਰ ਵੀ ਅਰੇਂਜਮੈਂਟ ਕੀਤਾ, ਹੁਣ ਪੈਸੇ ਵੀ ਨਹੀਂ ਲੈਂਦਾ ਪਿਆ, ਅਸੀਂ ਪੈਸੇ ਲੈਣ ਗਏ ਮੇਰੇ ਹੱਥੀ ਪੈ ਗਿਆ ਜੇ ਪੈਸੇ ਦੇਣ ਗਈ ਆ। ਆਹ ਵੇਖੋ ਮੇਰਾ ਇਹਨੇ ਕਮੀਜ਼ ਕਿਸ ਤਰ੍ਹਾਂ ਪਾ ਲਿਆ, ਮੈਨੂੰ ਨਾਲੇ ਧੱਕਾ ਮਾਰਿਆ, ਮੇਰੇ ਹੱਥੀ ਪੈ ਗਏ ਨਾਲੇ। ਆਹ ਮੈਂ ਦੱਸੋ ਕੀ ਕਰਾਂ? ਮੇਰੇ ਨਿੱਕੇ ਨਿੱਕੇ ਬੱਚੇ ਨੇ, ਮਿਹਨਤ ਮਨਜ਼ੂਰੀ ਕਰਦੇ ਨੇ, ਇਹਨੂੰ ਕਿੱਥੋਂ ਵੀ ਆਜ ਦੀਏ। 3 ਲੱਖ ਰੁਪਈਆ ਬਣਾ ਕੇ ਦਿੱਤਾ, ਕਹਿੰਦਾ 3 ਨਹੀਂ ਲੈਣਾ ਮੈਂ, ਇਸ ਤੋਂ ਘੱਟ ਨਹੀਂ ਲੈਣਾ। ਤੁਹਾਡੇ ਤੇ ਆਰੋਪ ਲਾਏ ਨੇ ਮੋਨਿਕਾ ਵੱਲੋਂ ਕਿ ਤੁਸੀਂ ਵਿਆਜੀ ਪੈਸੇ ਦੇ ਕੇ ਤੇ ਅੱਜ ਜਦੋਂ ਪੈਸੇ ਲੈਣ ਦੇਣ ਆਏ ਸੀ ਵਾਪਸ, ਜਿੰਨੇ ਉਹਨਾਂ ਦੇ ਪੈਸੇ ਵਾਪਸ ਬਣਦੇ ਨੇ ਉਹ ਤੋਂ ਵੱਧ ਬਣਾਏ ਨੇ ਕਿਤੇ ਪੈਸੇ। ਤੇ ਇੱਕ ਤੁਹਾਡੇ ਤੇ ਆਰੋਪ ਲਾਏ ਕਿ ਤੁਸੀਂ ਉਹਨਾਂ ਦੇ ਕੱਪੜੇ ਪਾੜ ਦਿੱਤੇ ਆ, ਉਹਨਾਂ ਦੇ ਜਿਹੜਾ ਵਾ ਬੇਇੱਜ਼ਤੀ ਕੀਤੀ ਉਹਨਾਂ ਦੀ। ਫੋਸਟਰ ਕੀਤੀ ਹੈ ਤੇ ਫੋਸਟਰ ਕਰਕੇ ਮੈਨੂੰ ਚੇਤਾ ਆਇਆ ਕਿ ਯਾਰ ਆਪਾਂ ਰਕਮ ਤੇ ਚੜਾਈ ਨਹੀਂ, ਤੇ ਇਹਨਾਂ ਮੈਂ ਫਟਾਫਟ ਆਵਾਜ਼ ਮਾਰੀ ਕਿ ਇੱਧਰ ਆਓ, ਇਹ ਰਕਮ ਤੇ ਚੜਾਓ। ਤੇ ਇਹਨਾਂ ਨੇ ਉਹ ਜਿਹੜਾ ਕਾਗਜ਼ ਵੇਸਟ ਹੋ ਚੁੱਕਾ ਸੀ, ਇਹਨਾਂ ਕਿਸੇ ਵੇਲੇ ਜੇਬ 'ਚ ਪਾ ਕੇ ਨਾਲ ਲੈ ਕੇ, ਮੈਨੂੰ ਨਹੀਂ ਪਤਾ। ਸਰ ਇਹਨਾਂ ਨੇ ਕਿਹਾ 2.5 ਸਾਲ ਤੋਂ ਵਿਆਜ ਦੇ ਰਹੇ। ਇਹਨਾਂ ਦਾ ਇਹੀ ਲਫ਼ਜ਼ ਵੀ ਨੋਟ ਕਰੋ, 2.5 ਸਾਲ ਦਾ ਕੋਈ ਬਿਆਨਾ ਹੁੰਦਾ ਜਾਂ ਇਹਨਾਂ ਨੇ ਬਿਆਨਾ ਮੇਰੇ ਨਾਲ 2.5 ਸਾਲ ਦਾ ਕੀਤਾ। ਇਹ ਕਿੱਦਾਂ ਕਹਿੰਦੇ 2.5 ਸਾਲ ਦਾ? ਇੱਥੋਂ ਦੇ ਫੜੇ ਜਾਂਦੇ ਨੇ ਕਿ ਝੂਠ ਬੋਲਦੇ ਨੇ। ਇਹ ਕਹਿੰਦੇ ਅਸੀਂ ਗਰੀਬ ਆ, ਗਰੀਬ ਨਹੀਂ ਹੈਗੇ। ਆ ਦੇਖੋ ਮੇਰੇ ਕੋਲ ਇਹਨਾਂ ਦੇ 1 ਸਾਲ ਦੀ ਸਟੇਟਮੈਂਟ ਹੈਗੀ ਆ, ਜਿਸ 'ਚ ਇਹ 1 ਮਹੀਨੇ 'ਚ 1 ਲੱਖ ਰੁਪਈਆ ਕਮਾ ਰਹੇ ਮਹੀਨਾ। ਉਹ ਝੂਠ ਬੋਲਦੇ ਆ, ਜਨਾਨੀ ਐਡੀ ਝੂਠੀ ਹੈ, ਇਹਨੇ ਰੋਲ ਹੋ ਗਏ ਆ, ਉਹ ਸੱਚੀ ਹੋਈ ਹੈ ਨਾ। ਇਹ ਵਿਊ ਬਣਾਉਂਦੀ ਹੈ ਆਪਣੀ, ਕਿ ਮਹਿਸੂਸ ਕਰਾਉਂਦੀ ਹੈ ਕਿ ਮੈਂ ਸਹੀ ਹਾਂ ਤੇ ਇਹ ਬੰਦੇ ਗਲਤ ਹੈਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਖਬਰ ਹਰ ਪਲ ਇੰਡੀਆ ਤੇ ਮੈਂ ਬਿਕਰਮ ਗਿੱਲ। ਵਿਆਜ ਜਿਹੜਾ ਹੈ ਉਹ ਆਦਮੀ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਬਣਾ ਦਿੰਦਾ ਹੈ। ਕਰਜ਼ ਗਰੀਬ ਦੇ ਲਈ ਉਹ ਬੁਰੀ ਬਿਮਾਰੀ ਹੈ ਜਿਹੜੀ ਕਦੇ ਵੀ ਉਹਦਾ ਸਾਥ ਨਹੀਂ ਛੱਡਦੀ। ਕੁਝ ਅਜਿਹੀ ਹੀ ਖਬਰ ਹੈ ਇਸ ਛੋਟੇ ਜਿਹੇ ਘਰ ਦੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ। ਵਿਆਜੜੀਏ ਨੇ ਪੈਸੇ ਦਿੱਤੇ, ਵਿਆਜ ਲਿਆ 2 ਸਾਲ ਤੱਕ। ਉਸ ਤੋਂ ਬਾਅਦ ਪੈਸੇ ਵੀ ਜਿਹੜੇ ਆ ਕੁਝ ਰਕਮ ਦੇ ਵਿੱਚੋਂ ਰਕਮ ਘਟਾ ਦਿੱਤੀ ਗਈ, ਪਰ ਫਿਰ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ। ਤੇ ਇਸ ਘਰ ਦੀ ਜਿਹੜੀ ਮੁੱਖ ਔਰਤ ਹੈ, ਜਦੋਂ ਰਹਿੰਦੇ ਹੋਏ ਪੈਸੇ ਦੇਣ ਜਾਂਦੀ ਹੈ ਘਰ, ਤਾਂ ਉਸ ਦੇ ਕੱਪੜੇ ਪਾੜ ਦਿੱਤੇ ਨੇ। ਇਹ ਆਰੋਪ ਲਗਾਏ ਜਾਏ ਨੇ ਪਰਿਵਾਰ ਵੱਲੋਂ। ਜਾ ਕੇ ਸਾਰੀ ਗੱਲਬਾਤ ਕਰ ਲੈਂਦੇ ਹਾਂ, ਕੀ ਸੀਗਾ ਮਾਮਲਾ, ਕਿੱਦਾਂ ਹੋਇਆ ਸਾਰਾ। ਇਹ ਸਾਰਾ ਕੁਝ ਪੁੱਛਣ ਵਾਸਤੇ ਸਾਡੇ ਨਾਲ ਪੂਰਾ ਪਰਿਵਾਰ ਬੈਠਾ ਹੈ, ਤੇ ਪਰਿਵਾਰ ਦੇ ਜਿਹੜੀ ਮੁਖੀਆ ਔਰਤ ਹੈ ਉਹਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਭੈਣ ਜੀ, ਕੀ ਨਾਮ ਤੁਹਾਡਾ ਜੀ? ਮੋਨਿਕਾ ਜੀ। ਮੋਨਿਕਾ ਜੀ, ਕੀ ਹੋਇਆ? ਮੈਂ ਸਰ ਮੋਤਬਰ ਕਿਸੇ ਮੁੰਡੇ ਨੂੰ ਨਾਲ ਲੈ ਕੇ ਗਈ ਹਾਂ ਪੈਸੇ ਦੇਣ। ਮੈਂ ਕਿਹਾ ਕਿ ਆਪਣੇ ਜੋ ਬੰਦਾ ਤੁਸੀਂ ਪੈਸੇ ਲੈ ਲਓ, ਐਡੀ ਮੁਸ਼ਕਿਲ ਮੈਂ ਕਿਸੇ ਰਿਸ਼ਤੇਦਾਰ ਕੋ ਤਰਲਾ ਮਿੰਤਾ ਕਰਕੇ ਪੈਸੇ ਲੈ ਕੇ ਆਈ ਹਾਂ। ਪਹਿਲੇ ਇਹ ਦੱਸੋ ਕਿ ਤੁਸੀਂ ਕਿਹਦੇ ਕੋਲੋਂ ਪੈਸੇ ਲਏ ਸੀ, ਕੀ ਹੋਇਆ ਸਾਰਾ ਸ਼ੁਰੂ ਤੋਂ ਲੈ ਕੇ ਹੁਣ ਤੱਕ? ਉਹਦਾ ਨਾਮ ਵਿਜੇ ਵੀ ਹੈਗਾ ਵਾ, ਤੇ ਨਾਲ ਬੰਟੀ ਹੈਗਾ ਜੇ। ਤੇ ਉਹਦੇ ਕੋਲ ਪੈਸੇ ਲਿੱਤੇ ਸਾਨੂੰ ਵਿਆਜ ਦੇ ਤੌਰ 'ਤੇ। ਉਹਨੇ ਸਾਨੂੰ ਪੈਸੇ ਦਿੱਤੇ, 2 ਸਾਲ ਸਾਡੇ ਕੋਲ ਵਿਆਜ ਖਾਂਦਾ ਰਿਹਾ ਏ। ਤੇ ਉਹਨੇ ਸਾਨੂੰ ਕਹਿੰਦਾ ਚਲੋ ਲਿਖ ਲਿਖਾ ਕਰ ਲਈਏ। ਇਹ ਆਖ ਚਲੋ ਕਰ ਲੈਂਦੇ ਹਾਂ। ਸਾਡੇ ਬੱਚੇ ਵੀ ਨਹੀਂ ਪੜ੍ਹੇ, ਕੋਈ ਖਾਨਦਾਨ ਸਾਡਾ ਮਤਲਬ ਕਿ ਪਰਿਵਾਰ 'ਚ ਕੋਈ ਨਹੀਂ ਪੜ੍ਹਿਆ ਹੈਗਾ, ਤੇ ਇਹਨੇ ਸਾਨੂੰ ਪਤਾ ਨਹੀਂ ਲੱਗਾ ਤੇ ਕਿਹੜੇ ਵੇਲੇ ਇਹਨੇ ਸਾਡਾ ਬਿਆਨਾ ਕਰਾ ਲਿਆ ਏ। ਤੇ ਸਾਨੂੰ ਲੋਕਾਂ ਕੋਲ ਬਾਹਰੋਂ ਪਤਾ ਲੱਗਾ ਵੀ ਇਹਨੇ ਸਾਡਾ ਬਿਆਨਾ ਕਰਾ ਲਿਆ ਏ। ਲੋਕਾਂ ਨੂੰ ਕਹਿੰਦਾ ਫਿਰਦਾ ਸੀ ਮੈਂ ਇਹਨਾਂ ਦਾ ਬਿਆਨਾ ਕਰਾ ਲਿਆ ਏ, ਤੇ ਸਾਨੂੰ ਨਹੀਂ ਪਤਾ ਲੱਗਾ। ਸਾਨੂੰ ਲੋਕਾਂ ਕੋਲ ਅਸੀਂ ਕਾਗਜ਼ ਇਸ ਤਰ੍ਹਾਂ ਹੀ ਫੜ ਕੇ ਸੰਭਾਲ ਛੱਡਿਆ ਸੀ, ਤੇ ਬਾਅਦ 'ਚ ਕਾਗਜ਼ ਦਿਖਾਏ ਲੋਕਾਂ ਨੂੰ, ਤੇ ਫਿਰ ਉਹਨਾਂ ਕਿਹਾ ਤੁਹਾਡਾ ਬਿਆਨਾ ਕਰਾ ਲਿਆ ਇਹਨਾਂ ਨੇ। ਉੱਤੋਂ ਮੇਰਾ ਆਦਮੀ ਮਰ ਗਿਆ। 4 ਦਿਨ ਹੋ ਗਏ ਮੇਰੇ ਆਦਮੀ ਮਰੇ ਨੂੰ, ਉਸੇ ਵੇਲੇ ਮੇਰੇ ਘਰ ਪੈਸੇ ਮੰਗਣ ਆ ਗਏ। ਆਂਦੇ ਪੈਸੇ ਦੇ, ਜਿੱਥੋਂ ਮਰਜ਼ੀ ਤੇਰੇ ਮਕਾਨ ਨੂੰ ਤਾਲਾ ਮਰਵਾ ਦੇਣਾ, ਤੇਰੇ ਬੱਚਿਆਂ ਨੂੰ ਬਾਹਰ ਕਢਾ ਦੇਣਾ ਵਾ। ਦੱਸੋ ਮੈਂ ਕਿੱਥੇ ਬੱਚੇ ਲੈ ਕੇ ਜਾਵਾਂ? ਦੱਸੋ ਤੇ। ਇਹ ਮਾਮਲਾ ਜਿਹੜਾ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਦਾ ਹੈ, ਚਰਚ ਵਾਲੀ ਗਲੀ। ਤੇ ਉਸ ਗਲੀ ਦੇ ਵਿੱਚ ਇਹ ਪਰਿਵਾਰ ਹੈ। ਇਸ ਪਰਿਵਾਰ ਦੀਆਂ ਦੁੱਖਾਂ ਦੀਆਂ ਜਿਹੜੀਆਂ ਨੇ, ਦੁੱਖਾਂ ਦਾ ਸਿਲਸਿਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਇਸ ਪਰਿਵਾਰ ਦਾ ਮੁਖੀਆ ਸ਼੍ਰੀ ਰਮੇਸ਼ ਕੁਮਾਰ 29/8/2021 ਨੂੰ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਜਾਂਦਾ ਹੈ। ਉਸ ਤੋਂ ਬਾਅਦ ਇਸ ਪਰਿਵਾਰ ਦੀ ਜਿਹੜੀ ਆ ਹਾਲਾਤ ਇਹ ਹੋ ਜਾਂਦੇ ਨੇ ਕਿ ਘਰ ਦੇ ਵਿੱਚ ਖਾਣ ਦੇ ਵੀ ਲਾਲੇ ਪੈ ਜਾਂਦੇ ਨੇ।
ਹੁਣ ਇਸ ਪਰਿਵਾਰ ਦੀ ਜਿਹੜੀ ਗੱਲ ਕਰ ਲਈਏ, ਤੁਸੀਂ ਇਹ ਜਦੋਂ ਉਹਨਾਂ ਨੂੰ ਪੈਸੇ ਵਾਪਸ ਕਿੰਨੇ ਕੁ ਦੇ ਚੁੱਕੇ ਹੋ ਹੁਣ ਤੱਕ? ਅਸੀਂ 1,10,000 ਰੁਪਇਆ ਵਾਪਸ ਕਰਤਾ ਵਾ। ਕਿੰਨੇ ਲਏ ਕਿੰਨੇ ਸੀਗੇ? 2,20,000 ਲਿੱਤਾ ਇਹਦੇ ਕੋਲੋਂ। ਇੱਕ ਵਾਰੀ 1,20,000 ਇੱਕ ਵਾਰੀ ਲਿੱਤਾ ਤੇ ਲੱਖ ਫੇਰ ਲਿੱਤਾ। ਇਹ ਡੈਡੀ ਬਿਮਾਰ ਹੀ, ਉਹਨਾਂ ਤੇ ਪੈਸੇ ਲਾਏ ਅਸੀਂ ਤੇ ਉਹ ਪੂਰੇ ਹੋ ਗਏ ਨੇ। ਤੇ ਹੁਣ ਇਹ ਸਾਨੂੰ ਕਹਿੰਦਾ ਜਿੱਥੋਂ ਮਰਜ਼ੀ ਪੈਸੇ ਲਿਆ ਕੇ ਦਿਓ। ਅਸੀਂ ਫੇਰ ਵੀ ਅਰੇਂਜਮੈਂਟ ਕੀਤਾ, ਹੁਣ ਪੈਸੇ ਵੀ ਨਹੀਂ ਲੈਂਦਾ ਪਿਆ। ਅਸੀਂ ਪੈਸੇ ਲੈਣ ਗਏ, ਮੇਰੇ ਹੱਥੀ ਪੈ ਗਿਆ ਜੇ ਪੈਸੇ ਦੇਣ ਗਈ ਆ। ਆਹ ਵੇਖੋ ਮੇਰਾ ਇਹਨੇ ਕਮੀਜ਼ ਕਿਸ ਤਰ੍ਹਾਂ ਪਾੜਿਆ, ਮੈਨੂੰ ਨਾਲੇ ਧੱਕਾ ਮਾਰਿਆ, ਮੇਰੇ ਹੱਥੀ ਪੈ ਗਏ ਨਾਲੇ। ਆਹ ਵੇਖੋ ਮੇਰਾ ਕਮੀਜ਼ ਪਾੜ ਕੇ ਮੈਨੂੰ ਸਾਰਾ ਕਰ ਦਿੱਤਾ ਇਹਨੇ ਇਸ ਤਰ੍ਹਾਂ। ਤਾਂ ਮੈਂ ਦੱਸੋ ਕੀ ਕਰਾਂ? ਹੁਣ ਮੇਰੇ ਨਿੱਕੇ ਨਿੱਕੇ ਬੱਚੇ ਨੇ, ਮਿਹਨਤ ਮਜ਼ਦੂਰੀ ਕਰਦੇ ਨੇ, ਇਹਨੂੰ ਕਿੱਥੋਂ ਵੀ ਆਏ ਦੀਏ। 3 ਲੱਖ ਰੁਪਈਆ ਬਣਾ ਕੇ ਦਿੱਤਾ, ਕਹਿੰਦਾ 3 ਨਹੀਂ ਲੈਣਾ ਮੈਂ, ਇਸ ਤੋਂ ਘੱਟ ਨਹੀਂ ਲੈਣਾ, ਤੁਹਾਡਾ ਮੈਂ ਤਾਲਾ ਮਰਵਾਵਾਂਗਾ ਮਕਾਨ ਦਾ। ਇਸ ਘਰ ਦੇ ਵਿੱਚ ਕਿੰਨੇ ਚਿਰ ਤੋਂ ਤੁਸੀਂ ਰਹਿ ਰਹੇ ਹੋ? ਸਾਨੂੰ ਕਾਫੀ ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, 10-15 ਸਾਲ ਹੋ ਗਏ ਨੇ। ਇਹ ਮਾਮਲਾ ਜਿਹੜਾ ਹੈ ਤੁਹਾਡੇ ਨਾਲ ਹੀ ਜੁੜਿਆ ਕਿ ਇਸ ਤੋਂ ਇਲਾਵਾ ਹੋਰ ਲੋਕਾਂ ਦੇ ਕੋਲੋਂ ਵੀ ਜਿਹੜੇ ਨੇ ਇਸ ਤਰੀਕੇ ਨਾਲ ਬਿਆਨਾਂ ਲਿਖਾ ਕੇ ਪੈਸੇ ਦਿੱਤੇ ਹੋਏ ਨੇ ਉਸ ਆਦਮੀ? ਲੋਕਾਂ ਨੂੰ ਸਰ ਇਹਨਾਂ ਨੇ ਦਿੱਤੇ ਨੇ, ਸਾਰੀ ਗਲੀ ਇਹਨੇ ਕਾਲੀ ਕੀਤੀ, ਪਤਾ ਨਹੀਂ ਕਿੱਥੋਂ 2 ਨੰਬਰ ਦਾ ਪੈਸਾ ਇਹਦੇ ਕੋਲੋਂ ਆਉਣ ਡਿਆ ਦਾ ਹੀ। ਬਹੁਤ ਜ਼ਿਆਦਾ ਲੋਕਾਂ ਨੂੰ ਇਹਨੇ ਪੈਸੇ ਦਿੱਤੇ ਹੋਏ ਨੇ, ਵਿਆਜੀ ਪੈਸੇ। ਬਹੁਤ ਲੋਕਾਂ ਨੂੰ ਸਤਾਇਆ ਇਹਨਾਂ ਨੂੰ, ਬਹੁਤ ਜ਼ਿਆਦਾ ਲੋਕਾਂ ਨੂੰ ਇਹਨੇ ਪੈਸੇ ਦਿੱਤੇ ਨੇ। ਇਹ ਜਦੋਂ ਤੁਸੀਂ ਇਹਨਾਂ ਦੇ ਘਰ ਪੈਸੇ ਦੇਣ ਗਏ ਸੀਗੇ, ਕੌਣ ਨਾਲ ਸੀ ਤੁਹਾਡੇ? ਮੈਂ ਪਹਿਲੇ ਰਾਤੀ ਮੈਂ ਤੇ ਮੇਰੇ 2 ਬੇਟੇ ਤੇ ਨਾਲ ਮੇਰੀ ਲੜਕੀ ਪੈਸੇ ਦੇਣ ਗਏ ਆ। ਉਦੋਂ ਵੀ ਇਹਨੇ ਸਾਨੂੰ ਜਵਾਬ ਦੇ ਦਿੱਤਾ ਕਿ ਮੈਂ ਨਹੀਂ ਪੈਸੇ ਲੈਣੇ, ਮੈਂ ਕੋਰਟ 'ਚ ਤੁਹਾਡੇ ਨਾਲ ਗੱਲ ਕਰਾਂਗਾ, ਮੈਨੂੰ ਕੋਈ ਨਾ ਬੁਲਾਇਓ। ਅਸੀਂ ਹਫਤਾ ਹੋ ਗਿਆ ਤੇ ਮਗਰ ਫਿਰਦੇ ਪਏ ਆ। ਅਸੀਂ ਲਾਟੀ ਪ੍ਰਧਾਨ ਨੂੰ ਵੀ ਕਿਹਾ, ਸਾਡੇ ਲਾਗੇ ਇੱਕ ਹੋਰ ਪ੍ਰਧਾਨ ਹੈਗੇ, ਉਹਨਾਂ ਨੂੰ ਵੀ ਕਿਹਾ ਸਾਡੀ ਬਹਿ ਕੇ ਗੱਲ ਮੁਕਾ ਦਿਓ ਗੋਰੇ ਭਾਜੀ ਨੂੰ, ਤੇ ਇਹਨੇ ਕਿਸੇ ਦੀ ਮੰਨੀ ਨਹੀਂ ਹੈਗੀ। ਤੇ ਸਵੇਰੇ ਫੇਰ ਇੱਕ ਮੁੰਡਾ ਵਿਚਾਰਾ ਸਾਡੀ ਗਲੀ ਦਾ ਸੀ, ਉਹ ਵੀ ਪ੍ਰਧਾਨ ਹੈਗਾ ਏ, ਉਹਨੂੰ ਮੈਂ ਨਾਲ ਲੈ ਕੇ ਗਈ ਹਾਂ। ਮੈਂ ਕਿਹਾ ਚਲੋ ਸਾਡੀ ਗੱਲ ਮੁਕਾ ਦਿਓ, ਜੋ ਵੀ ਚਲੋ ਆਪਾਂ ਥੋੜ੍ਹੇ ਬਹੁਤ ਜੋ ਵੀ ਬਣਦਾ, ਜਿਹੜੇ ਇਹਦੇ ਦੇਣੇ ਨੇ ਅਸੀਂ ਦੇਵਾਂਗੇ, ਵਿਆਜ ਨਹੀਂ ਅਸੀਂ ਦੇ ਸਕਦੇ। ਮੈਂ ਕਿਸੇ ਕੋ ਫੜ ਕੇ ਪੈਸੇ ਲਿਆਈ ਹਾਂ ਤਾਂ ਮੁੰਡੇ ਨੂੰ ਖੜਿਆ ਤੇ ਇਹ ਮੇਰੇ ਹੱਥੀ ਪੈ ਗਿਆ, ਕਹਿੰਦਾ ਮੈਂ ਨਹੀਂ ਪੈਸੇ ਲੈਣੇ। ਮੈਨੂੰ ਧੱਕਾ ਮਾਰਿਆ, ਬਾਂਹ ਫੜ ਕੇ, ਨਾਲ ਮੇਰੀ ਇਹਨੇ ਕਮੀਜ਼ ਪਾੜਤੀ। ਕਿੰਨਾ ਜਿਹੜਾ ਵਿਆਜ ਲੈਂਦੇ ਸੀ ਮਹੀਨੇ ਦਾ, ਕਿੰਨੇ % ਵਿਆਜ ਸੀਗੇ ਦਿੰਦੇ? 8 ਰੁਪਏ % ਸਰ ਵਿਆਜ ਦਿੰਦੇ ਸੀ ਇਹਨੂੰ। ਤੇ ਇਹ ਨੂੰ 2-2.5 ਸਾਲ ਹੋ ਗਏ ਸਾਡੇ ਕੋਲ ਵਿਆਜ ਖਾਣ ਡਿਆ। ਹੁਣ ਸਾਡੇ ਕੋਲ ਵਿਆਜ ਨਹੀਂ ਦਿੱਤਾ ਜਾਂਦਾ। ਇਹਨੇ ਸਾਨੂੰ ਲੋਕਡਾਊਨ 'ਚ ਵੀ ਨਹੀਂ ਜੇ ਵਿਆਜ ਛੱਡਿਆ, ਲੋਕਡਾਊਨ 'ਚ ਵੀ ਸਾਡੇ ਕੋਲ ਵਿਆਜ ਲੈਂਦਾ ਰਿਹਾ ਜੇ। ਹਿਸਾਬ ਲਾ ਲਓ ਤੁਸੀਂ। ਇਹ ਹਾਲਾਤ ਨੇ ਜਿਵੇਂ ਤੁਸੀਂ ਸੁਣਿਆ ਉਹਨਾਂ ਕੋਲ ਕਿ 8% ਦੇ ਹਿਸਾਬ ਦੇ ਨਾਲ ਗਰੀਬਾਂ ਦੇ ਕੋਲੋਂ ਵਿਆਜ ਲੈ ਕੇ ਇਹ ਜਿਹੜਾ ਹੈ ਮਤਲਬ ਖੂਨ ਚੂਸਿਆ ਜਾ ਰਿਹਾ ਕਹਿ ਰਹੇ ਹਾਂ। ਅਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਵਿਆਜੜੀਆ ਜਿਹੜਾ ਹੈ, ਕਹਿੰਦੇ ਕਿ ਹੋਰ ਵੀ ਲੋਕਾਂ ਦੇ ਕੋਲੋਂ ਇਸੇ ਤਰੀਕੇ ਨਾਲ ਹੀ ਵਿਆਜ ਦੇ ਕੇ ਬਿਆਨੇ ਲਿਖਵਾਏ ਹੋਏ ਨੇ। ਬਿਆਨੇ ਲਿਖਵਾਉਣ ਦਾ ਇੱਕ ਤਰੀਕਾ ਹੁੰਦਾ ਹੈ, ਕਿਉਂਕਿ ਆਖਰ ਆਪਣੇ ਆਪ ਦੀ ਸੇਫਟੀ ਵਾਸਤੇ ਵਿਆਜੜੀਆ ਜਿਹੜਾ ਹੈ ਉਹ ਬਿਆਨਾ ਲਿਖਾਉਂਦਾ ਹੈ। ਅਮੂਮਨ ਅਸੀਂ ਬੜੇ ਕੇਸਾਂ ਦੇ ਵਿੱਚ ਇੱਦਾਂ ਵੇਖਿਆ ਹੈ ਕਿ ਜਦੋਂ ਵੀ ਕੋਈ ਵਿਆਜੜੀਆ ਪੈਸੇ ਦਿੰਦਾ, ਲੱਖ ਰੁਪਇਆ ਦਿੰਦਾ ਹੈ ਅਤੇ 2 ਲੱਖ ਰੁਪਇਆ ਜਿਹੜਾ ਉਹ ਬਿਆਨੇ ਦੇ ਵਿੱਚ ਲਿਖਿਆ ਜਾਂਦਾ ਹੈ। ਅਤੇ ਉਸ ਤੋਂ ਇਲਾਵਾ ਜਿਹੜੀ ਕੀਮਤ ਹੁੰਦੀ ਹੈ ਉਹ ਵੀ ਤਕਰੀਬਨ ਅੱਧੀ ਕੀਮਤ ਜਿਹੜੀ ਮਕਾਨ ਦੀ ਹੁੰਦੀ ਆ ਉਹ ਲਿਖੀ ਜਾਂਦੀ ਹੈ। ਕਿਉਂਕਿ ਇਹ ਸਾਰੀ ਦੁਨੀਆ ਨੂੰ ਪਤਾ ਹੈ, ਜਿਹੜੇ ਵਿਆਜ 'ਤੇ ਪੈਸੇ ਦਿੰਦੇ ਨੇ ਉਹਨਾਂ ਨੂੰ ਵੀ ਪਤਾ ਹੈ ਅਤੇ ਜਿਹੜੇ ਲੈਂਦੇ ਨੇ ਉਹਨਾਂ ਨੂੰ ਵੀ ਪਤਾ ਹੈ। ਹਾਲਾਂਕਿ ਜਦੋਂ ਮਜਬੂਰੀ ਹੁੰਦੀ ਹੈ ਇਨਸਾਨ ਦੀ ਤਾਂ ਉਸ ਨੂੰ ਇਹ ਜ਼ਹਿਰ ਜਿਹੜਾ ਹੈ ਉਹ ਪੀਣਾ ਪੈਂਦਾ ਹੈ। ਫਿਲਹਾਲ ਹੋਰ ਕੁਝ ਕਹਿਣਾ ਸਰ ਇਹਨੇ ਨਾ ਫਿਰ ਸਾਡੇ ਨਾਲ ਧੋਖਾਬਾਜ਼ੀ ਕੀਤੀ। ਇਹਨੇ ਸਾਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੈਂ ਤੁਹਾਡਾ 6 ਲੱਖ ਦਾ ਮੁੱਲ ਪਵਾ ਕੇ ਆਪੇ ਹੀ ਇਹਨੇ 6 ਲੱਖ ਦਾ ਸਾਡਾ ਮੁੱਲ ਪਾ। ਦੱਸੋ ਤੁਸੀਂ ਇਹ 6 ਲੱਖ ਦਾ ਮਕਾਨ ਹੈ, ਝੋਪੜੀ ਬਣੀ ਹੈ ਜਿਹੜਾ ਇਹਨੇ ਸਾਡੇ ਕੋਲ ਧੋਖੇ ਦੇ ਨਾਲ। ਫਿਰ ਵੇਖੋ ਮੇਰੇ ਘਰ ਵਾਲੇ ਨੂੰ 4 ਦਿਨ ਹੋਏ ਹੀ ਵੀ ਡੈਥ ਹੋਇਆ ਨੂੰ, ਉਸ ਵੇਲੇ ਮਾਂ ਪੁੱਤਰ ਮੇਰੇ ਘਰ ਪੈਸੇ ਮੰਗਣ ਆ ਗਏ। ਇਹਨਾਂ ਨੂੰ ਸ਼ਰਮ ਨਹੀਂ ਆਈ। ਤੁਹਾਡੇ ਅਕੋਰਡਿੰਗ ਕਿੰਨੇ ਦੀ ਇਹਦੀ ਪ੍ਰਾਪਰਟੀ ਦੀ ਵੈਲਿਊ ਕਿੰਨੀ ਹੈਗੀ ਹੈ? 18 ਲੱਖ ਤੱਕ ਹੈਗਾ ਹੀ ਇਹ। 18? ਹਾਂਜੀ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੱਸੋ ਤੁਹਾਡੀ ਮਦਰ ਦੇ ਨਾਲ ਇੱਦਾਂ ਹੋਇਆ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਭਾਜੀ ਇਨਸਾਫ ਚਾਹੁੰਦੇ ਹਾਂ, ਸਾਨੂੰ ਇਨਸਾਫ ਚਾਹੀਦਾ। ਸਾਡੀ ਮਾਤਾ ਦੇ ਨਾਲ ਇਹਨੇ ਬਹੁਤ ਗਲਤ ਕੀਤਾ। ਅਸੀਂ ਦੁਕਾਨ 'ਤੇ ਗਿਆ ਸੀ, ਮੈਨੂੰ ਮਗਰੋਂ ਫੋਨ ਆਇਆ ਕਿ ਮੰਮੀ ਦੇ ਹੱਥੀ ਪਿਆ, ਨੇ ਕਮੀਜ਼ ਪਾੜਤਾ। ਮੈਂ ਉਸੇ ਵੇਲੇ ਭੱਜਾ। ਅਸੀਂ ਭਾਜੀ ਮਾੜੇ ਬੰਦੇ ਹੈਗੇ ਆ, ਅਸੀਂ ਕਿਸੇ ਦੇ ਹੱਥੀ ਨਹੀਂ ਪੈਂਦੇ, ਅਸੀਂ ਸ਼ਰੀਫ ਆਦਮੀ ਹੈਗੇ ਆ, ਅਸੀਂ ਨਾ ਅਜੇ ਤੱਕ ਕਿਸੇ ਨਾਲ ਲੜੇ ਆ। ਅਤੇ ਇਹਨੇ ਸਾਡੇ ਨਾਲ ਬਹੁਤ ਧੋਖਾਧੜੀ, ਸਾਡੇ ਘਰ ਵੀ ਆ ਕੇ ਧਮਕੀਆਂ ਲਾਉਂਦਾ ਸੀ। ਸਾਡੇ ਘਰ ਵੀ ਭਾਜੀ ਪੈਂਦਾ ਹੁੰਦਾ ਸੀ ਪਹਿਲੇ ਆ ਕੇ, ਸਾਡੀ ਜਨਾਨੀਆਂ ਨੂੰ ਨਿਗਾਹ ਮਾੜੀ ਨਾਲ ਦੇਖਦਾ ਸੀ। ਅਸੀਂ ਤਾਂ ਕਰਕੇ ਇਹਨੂੰ ਘਰੋਂ ਕੱਢਿਆ। ਅਤੇ ਸਾਡੇ ਪਿਓ ਨੂੰ ਵੀ ਧਮਕੀ, ਸਾਡਾ ਪਿਓ ਵੀ ਇਹਦੇ ਦੁੱਖੋਂ ਹੀ ਗਿਆ ਭਾਜੀ। ਅਸੀਂ ਬਹੁਤ ਪਰੇਸ਼ਾਨ ਹਾਂ। ਸਾਨੂੰ ਪੰਜਾਬ ਪੁਲਿਸ ਨੂੰ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲੇ। ਸੋ ਸਾਡੇ ਨਾਲ ਉਹ ਵੀ ਸ਼ਖਸ ਮੌਜੂਦ ਨੇ ਜੋ
ਜਿਨ੍ਹਾਂ ਦੇ ਸਾਹਮਣੇ ਇਹ ਜਿਹੜਾ ਕੱਪੜੇ ਪਾੜਨ ਵਾਲਾ ਜਿਹੜਾ ਵਾਕਿਆ ਹੋਇਆ ਹੈ, ਕਿਉਂਕਿ ਉਹ ਦੱਸ ਰਹੇ ਨੇ। ਕੀ ਨਾਮ ਭਾਜੀ ਤੁਹਾਡਾ? ਰਕੇਸ਼ ਕੁਮਾਰ ਰਿੰਕੂ। ਰਕੇਸ਼ ਜੀ, ਕੀ ਹੋਇਆ ਸੀ ਸਾਰਾ ਮਾਮਲਾ? ਮੈਂ ਭਾਬੀ ਹਰਾਂ ਜੀ ਦੇ ਨਾਲ ਉਹਨਾਂ ਦੇ ਘਰ ਗਿਆ ਸੀ, ਤੇ ਭਾਬੀ ਹਰੀ ਕਹਿੰਦੇ ਕਿ ਪੈਸੇ ਵਾਪਸ ਮੋੜਨੇ ਆ। ਤੇ ਮੈਂ ਗਿਆ ਵਾਂ, ਤੇ ਉਹ ਭਾਬੀ ਹਰਾਂ ਦੇ ਉਹਨੇ ਕੱਪੜੇ ਪਾੜਤੇ, ਤੇ ਕਹਿੰਦਾ ਮੈਂ ਤੁਹਾਨੂੰ ਕੋਰਟ 'ਚ ਮਿਲਾਂਗਾ। ਤੇ ਭਾਬੀ ਹਰਾਂ ਦੇ ਹੱਥੀ ਪੈ ਗਿਆ, ਤੇ ਭਾਬੀ ਹਰਾਂ ਦੀ ਕਮੀਜ਼ ਪਾੜਤੀ ਸਾੜੀ ਉਹਨੇ। ਤੇ ਅਸੀਂ ਗੁਰਬਖਸ਼ ਨਗਰ ਚੌਂਕੀ ਦਰਖਾਸਤ ਦਿੱਤੀ ਹੈ। ਅਸੀਂ ਪੰਜਾਬ ਪੁਲਿਸ ਅੱਗੇ ਇਹੋ ਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਨਹੀਂ, ਜਿਹੜਾ ਪੈਸੇ ਮੰਗ ਰਿਹਾ ਸੀਗਾ ਜਦੋਂ, ਤੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੇ ਰਹਿੰਦੇ ਪੈਸੇ ਸੀ, ਤੇ ਉਹਨੇ ਕੀ ਕਿਹਾ? ਲੈਣ ਤੋਂ ਇਨਕਾਰ ਕੀਤਾ? ਹਾਂਜੀ, ਇਨਕਾਰ ਕਰ ਦਿੱਤਾ। ਕਹਿੰਦਾ ਮੈਂ ਕੋਰਟ 'ਚ ਮਿਲਾਂਗਾ ਤੁਹਾਨੂੰ। ਕੋਰਟ ਦਾ ਕੋਈ ਨੋਟਿਸ ਭੇਜਿਆ? ਹਾਂਜੀ, ਕੋਰਟ ਦਾ ਇੱਕ ਨੋਟਿਸ ਆਇਆ ਹੈ ਜੀ ਇਹਨਾਂ ਨੂੰ। ਹਾਂਜੀ, ਕਹਿੰਦਾ ਮੈਂ ਕੋਰਟ 'ਚ ਲਵਾਂਗਾ ਤੁਹਾਡੇ ਕੋਲ ਪੈਸੇ। ਸੋ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੇ ਹਾਂ ਕਿ ਜਿਹੜਾ ਨੋਟਿਸ ਹੈ ਉਹ ਵਕੀਲ ਵੱਲੋਂ ਭੇਜਿਆ ਗਿਆ ਹੈ। ਤੇ ਹਾਲਾਂਕਿ ਉਹ ਜਿਹੜਾ ਕੋਰਟ ਵੱਲੋਂ ਨਹੀਂ ਨੋਟਿਸ ਨਹੀਂ ਕਹਿ ਸਕਦੇ, ਉਹਨੂੰ ਵਕੀਲ ਦਾ ਇੱਕ ਨੋਟਿਸ ਹੈ ਕਿ ਮੇਰੇ ਕਲਾਇੰਟ ਦੇ ਨਾਲ ਇਹ ਧੋਖਾਧੜੀ ਕੀਤੀ ਹੈ ਤੇ ਤੁਸੀਂ ਇਹਦਾ ਜਵਾਬ ਦੇਵੋ। ਤੇ ਸੋ ਭੈਣ ਜੀ, ਹੁਣ ਤੁਸੀਂ ਇਨਸਾਫ ਮੰਗਦੇ ਹੋ, ਕੋਈ ਦਰਖਾਸਤ ਦਿੱਤੀ ਹੈ ਪੰਜਾਬ? ਜੀ ਹਾਂਜੀ, ਦਿੱਤੀ ਹੈ, ਇੱਥੇ ਚੌਂਕੀ 'ਚ ਦਰਖਾਸਤ ਦਿੱਤੀ ਹੈ ਇਹਦੇ ਬਾਰੇ ਵੀ ਮੇਰੇ ਹੱਥੀ ਪਿਆ ਵਾ ਤੇ ਇਹਦਾ ਇਨਸਾਫ ਹੋਣਾ ਚਾਹੀਦਾ। ਮੈਂ ਇਹਦੇ ਉੱਤੇ ਪਰਚਾ ਹੀ ਕਰਾਉਣਾ ਹੁਣ, ਬਸ ਪੈਸਿਆਂ ਦੀ ਤਾਂ ਬਾਅਦ 'ਚ ਗੱਲ ਕਰਨੀ ਹੈ, ਪਹਿਲੇ ਪਰਚਾ ਕਰਾਉਣਾ ਇਹਦੇ ਉੱਤੇ। ਵੀ ਮੇਰੇ ਇਹਨੇ ਕੱਪੜੇ ਕਿਸ ਤਰ੍ਹਾਂ ਪਾੜੇ, ਅੱਜ ਮੇਰੇ ਪਾੜੇ, ਕੱਲ੍ਹ ਨੂੰ ਹੋਰ ਕਿਸੇ ਜਨਾਨੀ ਦੇ ਹੱਥੀ ਪਏਗਾ ਭਾਜੀ। ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਭ ਦੁਨੀਆ ਲੋਕਾਂ ਨੇ ਪੈਸੇ ਦੇਣੇ, ਇਹ ਥੋੜ੍ਹੀ ਕਿਸੇ ਘਰ ਜਾਓ, ਆਪੇ ਇਹਨੇ ਸਾਨੂੰ ਬੁਲਾਇਆ ਸਾਡੇ ਘਰ ਆ ਜਾਓ, ਅਸੀਂ ਗਏ ਇਹਦੇ ਘਰ, ਤੇ ਇਹ ਥੋੜ੍ਹੀ ਸਾਡਾ ਹੱਥੀ ਪੈ ਜਾਵੇ। ਇਹਦੀ ਮਾਂ ਵੀ ਲੱਗ ਗਈ, ਇਹਦੀ ਵਹੁਟੀ ਵੀ ਲੱਗ ਗਈ, ਜਦੋਂ ਮੇਰੇ ਹੱਥੀ ਪਿਆ ਵਾ ਇਹ ਸ਼ਖਸ ਵੀ ਲੱਗ ਗਈ ਹੈ ਮੈਨੂੰ ਜਿਹਨੇ ਖੜਿਆ ਨਾਲ ਇਹਨਾਂ ਦੇ ਘਰ। ਜਿੰਨੇ ਪੈਸੇ ਤੁਸੀਂ ਉਹਨਾਂ ਦੇ ਦੇਣੇ ਆ, ਉਹ ਦੇਣ ਨੂੰ ਤਿਆਰ ਹੋ ਤੁਸੀਂ? ਹਾਂਜੀ, ਅਸੀਂ ਤਿਆਰ ਵਾਂ। ਸਾਡਾ 1.35 ਨਿਕਲਦਾ, ਅਸੀਂ ਦੇਵਾਂਗੇ। ਹਾਂਜੀ, ਅਸੀਂ ਹੁਣੇ ਭਾਵੇਂ 4 ਬੰਦੇ ਬਿਠਾ ਲਓ, ਅਸੀਂ ਹੁਣੇ ਹੀ ਦੇਵਾਂਗੇ। ਹੁਣ ਹਾਲਾਤ ਕਿੱਦਾਂ ਦੇ ਨੇ? ਘਰ ਦੇ ਹਾਲਾਤ ਕਿੱਦਾਂ ਦੇ ਨੇ? ਸਾਡੇ ਬਹੁਤ ਮਾੜੇ ਹੈਗੇ ਸਰ। ਅਸੀਂ ਪਤਾ ਨਹੀਂ ਕਿੱਥੋਂ ਫੜ ਕੇ ਕਿਸੇ ਰਿਸ਼ਤੇਦਾਰਾਂ ਕੇ ਤਰਲੇ ਪਾ ਪਾ ਕੇ, ਮਹੀਨਾ ਹੋ ਗਿਆ ਮੈਨੂੰ ਪੈਸੇ ਮੰਗਦੀ, ਤੇ ਤਰਲੇ ਪਾ ਪਾ ਕੇ ਕਿਸੇ ਕੋਲ ਲਿਆਂਦੇ ਨੇ, ਤੇ ਅਸੀਂ ਇਹਨੂੰ ਦੇਣ ਵਾਸਤੇ ਕਿ ਚਲੋ ਅਸੀਂ ਇਹਨੂੰ ਦੇ ਦਈਏ। ਅਸੀਂ ਘਰ ਨਾਲੋਂ ਨਾਲ ਲਿਆਉਂਦੇ ਹਾਂ ਮਾੜਾ ਮੋਟਾ ਸੌਦਾ, ਤੇ ਟਾਈਮ ਪਾਸ ਕਰਨੇ ਆ। ਮੇਰੇ ਮੁੰਡੇ ਵੀ ਦਿਹਾੜੀ ਡਾਂਗ ਕਰਦੇ ਨੇ, ਮਜ਼ਦੂਰੀ ਕਰਦੇ ਨੇ ਮੇਰੇ ਮੁੰਡੇ ਵੀ। ਇੱਕ ਵਿਚਾਰਾ ਦੂਜਾ ਪਲੇਟਾਂ ਦੀਆਂ ਚੁੱਕਦਾ ਜੇ ਆ, ਚਿੜੀਆਂ ਛੱਤ 'ਤੇ ਪਾਉਂਦੇ ਆ। 6-7 ਹਜ਼ਾਰ ਨਾਲ ਕੀ ਬਣਦਾ ਜੇ? ਮਿਹਨਤ ਮੁੰਡੇ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਨੇ। ਦੱਸੋ ਇਹਨੂੰ ਕਿੱਥੋਂ ਵਿਆਜ ਦਈਏ? ਇਹ ਵਿਆਜ ਪਾ ਕੇ ਸਾਡੇ ਇੰਨੇ ਪੈਸੇ ਬਣਾ ਕੇ ਬੈਠਾ ਹੋਇਆ, ਅਸੀਂ ਕਿੱਥੋਂ ਦਈਏ ਇਹਨੂੰ? ਕਿੰਨਾ ਵਿਆਜ ਦਿੰਦੇ ਸੀ ਮਹੀਨੇ ਦਾ? ਅਸੀਂ 8-9 ਹਜ਼ਾਰ ਰੁਪਇਆ ਮਹੀਨਾ ਇਹਨੂੰ ਵਿਆਜ ਦਿੰਦੇ ਸੀ। ਹਾਂਜੀ, ਤੇ ਹੁਣ ਸਾਡੇ ਕੋਲ ਨਹੀਂ ਦਿੱਤਾ ਜਾਂਦਾ, ਅਸੀਂ ਕਿੱਥੋਂ ਦਈਏ? ਸੋ ਤੁਸੀਂ ਦੇਖਿਆ, ਘਰ ਦੇ ਹਾਲਾਤ ਵੀ ਦੱਸ ਦਿੱਤੇ ਨੇ ਪਰਿਵਾਰਕ ਮੈਂਬਰਾਂ ਵੱਲੋਂ ਕਿ ਹਾਲਾਤ ਜਿਹੜੇ ਨੇ ਬਦਤਰ ਹੋ ਗਏ ਨੇ। ਫਿਲਹਾਲ ਇਹ ਜਿਹੜਾ ਵਿਆਜੜੀਆਂ ਦਾ ਜਿਹੜਾ ਖੇਲ ਹੈ, ਉਹ ਸਾਡੇ ਸ਼ਹਿਰ ਅੰਮ੍ਰਿਤਸਰ ਵਿੱਚ ਨਹੀਂ, ਪੂਰੇ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਜਾਲ ਵਿਛਿਆ ਹੋਇਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਦੇ ਉੱਤੇ ਨਕੇਲ ਕੱਸੇ ਤਾਂ ਜੋ ਇਹਨਾਂ ਲੋਕਾਂ ਦੀ ਜਿਹੜੀ ਹੈ ਉਹ ਜਿਹੜੀ ਗੁੰਡਾਗਰਦੀ ਕਹਿ ਸਕਦੇ ਹਾਂ ਉਹ ਠੱਲ ਪੈ ਸਕੇ। ਆਪਾਂ ਗੱਲਬਾਤ ਕਰ ਲੈਂਦੇ ਹਾਂ। ਵੀਰੇ, ਕੀ ਨਾਮ ਤੁਹਾਡਾ? ਮੇਰਾ ਨਾਮ ਸਾਹਿਲ ਹੈਗਾ ਭਾਜੀ। ਕੀ ਲੱਗਦੇ ਹੋ? ਮੈਂ ਰਾਤੀ ਗਿਆ ਸੀ ਇਹਦੇ ਬੰਟੀ ਘਰ, ਤੇ ਪੈਸੇ ਮੋੜਨ ਗਏ, ਪੈਸੇ ਬਾਰੇ ਗੱਲ ਕਰਨ ਗਏ ਸੀ ਇਹਦੇ ਘਰ, ਤੇ ਅੱਗੋਂ ਨੇ ਸਾਨੂੰ ਉਲਟਾ ਬੋਲਿਆ, ਸਾਨੂੰ ਬਹਿਸਬਾਜ਼ੀ ਉਹਨੇ ਸਾਡੇ ਨਾਲ ਕੀਤੀ। ਅਸੀਂ ਹੱਥ ਜੋੜੇ ਉਹਦੇ ਅੱਗੇ। ਮੈਂ ਕਿਹਾ ਵੀਰੇ, ਜੋ ਤੇਰਾ ਬੰਦਾ ਹਿਸਾਬ ਨਾਲ ਲੱਲਾ, ਉਹ ਵਿਆਜ ਨੂੰ ਵਿਆਜ ਲਾਈ ਜਾਂਦਾ। ਨਾ ਵਿਆਜੜੀਆ, ਨਾ ਨੀਤੋਂ ਮਾੜਾ ਹੋ ਗਿਆ, ਨਾ ਨੀਤੋਂ ਮਾੜਾ ਹੈ ਨਾ, ਕੋਈ ਹਿਸਾਬ ਨਹੀਂ। ਉਹਨੇ ਸਾਰੀ ਗਲੀ ਪੈਸੇ ਦੇ ਕੇ ਵਿਆਜੜੀ ਬਣਾਈ, ਸਾਰੀ ਗਲੀ ਉਹਨੇ ਪਤਾ ਨਹੀਂ ਕਿੱਥੋਂ ਪੈਸਾ ਲਿਆਂਦਾ ਇਹੋ ਜਿਹਾ। ਭੈਣ ਵੀ ਨਹੀਂ, ਵਿਆਜੜੀ ਸਾਰੀ ਗਲੀ ਕੀਤੀ ਇੱਕ ਹਿਸਾਬ ਦੀ ਸਰ ਉਹਨੇ। ਤੇ ਸਾਡੇ ਧੋਖਾਧੜੀ ਉਹਨੇ ਕੀਤੀ ਹੈ। ਜਿਹੜਾ ਸਾਡੇ ਨਾਲ ਬਿਆਨਾ ਲਿਖਾਇਆ, ਸਾਨੂੰ ਸਰ ਪਤਾ ਨਹੀਂ ਸੀ, ਜਿਹੜਾ ਇਹਨੇ ਬਿਆਨਾ ਲਿਖਵਾ ਲਿਆ ਸਾਨੂੰ ਪਤਾ ਨਹੀਂ ਸੀ। ਤੇ ਆਪਾਂ ਸਾਰਾ ਬਿਆਨਾ ਜਿਹੜਾ ਲਿਖਾਇਆ ਧੋਖੇ ਨਾਲ ਲਿਖਾਇਆ, ਧੋਖਾਧੜੀ ਕੀਤੀ ਸਰ ਇਹਨੇ ਸਾਡੇ ਨਾਲ, ਧੋਖਾਧੜੀ ਕੀਤੀ ਜੇ। ਹੋਰ ਇਨਸਾਫ ਸਾਨੂੰ ਚਾਹੀਦਾ। ਆਪਾਂ ਕਮਿਸ਼ਨਰ ਅੱਗੇ ਪੇਸ਼ ਕਰਦੇ ਹਾਂ। ਮਹਾਰਾਜ ਜੀ, ਆਹ ਸਾਡੀ ਮਾਂ ਨਾਲ ਇਸ ਤਰ੍ਹਾਂ ਹੋਇਆ, ਕੱਲ੍ਹ ਨੂੰ ਕਿਸੇ ਦੀ ਮਾਂ ਨੂੰ ਨਾ ਹੋਵੇ। ਮਹਾਰਾਜ ਦੇ ਅੱਗੇ ਆਹੀ ਦੁਆ ਕਰਦੇ ਹਾਂ, ਕਿਸੇ ਦੀ ਮਾਂ ਨੂੰ ਨਾ ਹੋਵੇ, ਸਿੱਧੀ ਜਿਹੜੀ ਗੱਲ। ਸੋ ਤੁਸੀਂ ਦੇਖ ਹੀ ਲਿਆ ਹੈ ਕਿ ਕਿਵੇਂ ਦੇ ਹਾਲਾਤ ਨੇ। ਫਿਲਹਾਲ ਇਸ ਸਾਰੇ ਮਾਮਲੇ ਦੇ ਉੱਤੇ ਅਸੀਂ ਉਸ ਸ਼ਖਸ ਦੀ ਵੀ ਪੱਖ ਜਾਣਾਂਗੇ ਜਿਸ ਸ਼ਖਸ ਨੇ ਵਿਆਜੀ ਦੇ ਪੈਸੇ ਦੇਣ ਦਾ ਜਿਹੜਾ ਆਰੋਪ ਲੱਗਾ, ਉਹਦਾ ਵੀ ਪੱਖ ਜਾਣਾਂਗੇ, ਤੇ ਇਸ ਤੋਂ ਇਲਾਵਾ ਪੁਲਿਸ ਦਾ ਪੱਖ ਵੀ ਜਾਣਾਂਗੇ। ਫਿਲਹਾਲ ਚੱਲਦੇ ਹਾਂ, ਪੁਲਿਸ ਦਾ ਪੱਖ ਜਾਣਦੇ ਹਾਂ ਤੇ ਉਸ ਸ਼ਖਸ ਦਾ ਵੀ ਪੱਖ ਜਾਣਦੇ ਹਾਂ ਜਿਸ ਦੇ ਇਹ ਗੰਭੀਰ ਆਰੋਪ ਲੱਗੇ ਨੇ। ਸੋ ਵਿਜੇ ਕੁਮਾਰ ਲੁਥਰਾ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਦੇ ਉੱਪਰ ਗੰਭੀਰ ਆਰੋਪ ਲਗਾਏ ਨੇ ਮੋਨਿਕਾ ਵੱਲੋਂ। ਗੱਲਬਾਤ ਕਰ ਲੈਂਦੇ ਹਾਂ ਕਿ ਆਰੋਪਾਂ ਦੇ ਬਾਰੇ ਇਹਨਾਂ ਦਾ ਕੀ ਕਹਿਣਾ ਹੈ। ਭਾਜੀ, ਤੁਹਾਡੇ 'ਤੇ ਆਰੋਪ ਲਾਏ ਨੇ ਮੋਨਿਕਾ ਵੱਲੋਂ ਕਿ ਤੁਸੀਂ ਵਿਆਜੀ ਪੈਸੇ ਦੇ ਕੇ, ਤੇ ਅੱਜ ਜਦੋਂ ਪੈਸੇ ਦੇਣ ਆਏ ਸੀ ਵਾਪਸ, ਜਿੰਨੇ ਉਹਨਾਂ ਦੇ ਪੈਸੇ ਦੇ ਬਣਦੇ ਨੇ, ਉਹ ਤੋਂ ਵੱਧ ਬਣਾਏ ਨੇ ਕਿਤੇ ਪੈਸੇ। ਤੇ ਇੱਕ ਤੁਹਾਡੇ 'ਤੇ ਆਰੋਪ ਲਾਏ ਕਿ ਤੁਸੀਂ ਉਹਨਾਂ ਦੇ ਕੱਪੜੇ ਪਾੜ ਦਿੱਤੇ ਆ, ਉਹਨਾਂ ਦੇ ਜਿਹੜਾ ਵਾ ਬੇਇੱਜ਼ਤੀ ਕੀਤੀ ਉਹਨਾਂ ਦੀ।
ਸਰ ਇਹ ਸਾਰਾ ਝੂਠ ਹੈਗਾ ਵਾ। ਜਦ ਕਿ ਉਹ ਸਵੇਰੇ ਸਾਡੇ ਕੋਲ ਆਏ, ਉਸ ਤੋਂ ਪਹਿਲੇ ਰਾਤ ਨੂੰ ਆਏ। ਰਾਤੀ ਇਹਨਾਂ ਨੇ ਸਾਨੂੰ ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਆਪਣੇ ਘਰ ਕਿ ਸਾਡੇ ਨਾਲ ਸੈਟਲਮੈਂਟ ਕਰੋ। ਆਪਾਂ ਕਿ ਨਹੀਂ, ਅਸੀਂ ਬਿਆਨਾ ਕੀਤਾ ਵਾ, ਸਾਨੂੰ ਜਾਂ ਰਜਿਸਟਰੀ ਕਰਵਾਓ ਜਾਂ ਸਾਡਾ ਬਿਆਨਾ ਡਬਲ ਬਣਦਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹ ਆਪਾਂ ਇਹਦੇ ਘਰ ਨਹੀਂ ਗਏ ਤੇ ਇਹ ਸਗੋਂ ਸਾਡੇ ਘਰ ਆ ਕੇ ਸਵੇਰੇ ਸਾਡੇ ਮੰਮੀ ਨਾਲ ਉੱਚਾ ਵਾਧਾ ਘੜਾ ਬੋਲਣ ਲੱਗ ਪਏ, ਜਿਹਦੇ ਨਾਲ ਕਿ ਇਹਨਾਂ ਦੇ ਮੰਮੀ ਨੂੰ, ਸਾਡੇ ਮੰਮੀ ਨੂੰ ਇਹਨਾਂ ਨੇ ਧੱਕਾ ਮਾਰਿਆ ਤੇ ਆਪ ਮਾਰਿਆ ਤੇ ਬਾਅਦ ਵਿੱਚ ਗਲੀ 'ਚ ਆ ਕੇ ਖੁਦ ਆਪਣੇ ਕੱਪੜੇ ਆਉਂ ਫਾੜ ਕੇ ਕਹਿਣ ਲੱਗ ਪਈ ਮੈਂ ਥਾਣੇ ਚੱਲੀ ਹਾਂ। ਠੀਕ ਹੈ। ਤੇ ਦੂਸਰਾ ਨੰਬਰ ਸਰ ਦੇਖੋ ਸਾਡੇ ਕੋਲ ਹੈਗਾ ਕਿ ਸਾਡੇ ਕੋਲ ਸਾਰੇ ਪੈਸੇ ਲਿਖੇ ਹੋਏ ਆ ਜਿਹੜੇ ਸਾਡੇ ਕੋਲ ਇਹਨਾਂ ਨੇ ਲਿੱਤੇ ਆ, ਜਿਹੜੇ ਝੂਠ ਬੋਲਦੇ ਵੇ, ਕਿੰਨੇ ਜਿਹੜੇ ਪੈਸੇ ਤੁਹਾਡੇ ਟੋਟਲ ਨਾਲ ਗਏ? ਸਰ 3.25 ਲੱਖ ਰੁਪਏ ਗਿਆ ਵਾ ਇਹਨਾਂ ਵੱਲ। ਜਿਹੜਾ ਇਹ ਕਹਿੰਦੇ ਕਿ ਇੱਥੇ ਸਾਈਨ ਇਕੱਲੇ ਹੈਗੇ ਨੇ, ਰਕਮ ਨਹੀਂ ਹੈਗੀ। ਸਰ ਉਹ ਇੱਦਾਂ ਕਿ ਜਦੋਂ ਇਹ ਸਾਡੇ ਕੋਲ ਆਏ ਸੀ, ਇਹ ਫੋਟੋਸਟੇਟ ਸਾਡੇ ਕੋਲ ਆਪਣੀ ਮਸ਼ੀਨ ਹੈਗੀ ਆ ਤੇ ਮੈਂ ਜਦੋਂ ਫੋਟੋਸਟੇਟ ਕੀਤੀ ਹੈ ਤੇ ਫੋਟੋਸਟੇਟ ਕਰਕੇ ਮੈਨੂੰ ਚੇਤਾ ਆਇਆ ਕਿ ਯਾਰ ਆਪਾਂ ਰਕਮ ਤੇ ਚੜਾਈ ਨਹੀਂ। ਤੇ ਇਹਨਾਂ ਮੈਂ ਫਟਾਫਟ ਆਵਾਜ਼ ਮਾਰੀ ਕਿ ਇੱਧਰ ਆਓ, ਇਹ ਰਕਮ ਤੇ ਚੜਾਓ। ਤੇ ਇਹਨਾਂ ਨੇ ਉਹ ਜਿਹੜਾ ਕਾਗਜ਼ ਵੇਸਟ ਹੋ ਚੁੱਕਾ ਸੀ, ਇਹਨਾਂ ਕਿਸੇ ਨੇ ਜੇਬ 'ਚ ਪਾ ਕੇ ਨਾਲ ਲੈ ਕੇ, ਮੈਨੂੰ ਨਹੀਂ ਪਤਾ ਇਹ ਉਸ ਵੇਲੇ ਦੀ ਘਟਨਾ ਹੈ। ਰਕਮ ਲਿਖਣ ਤੋਂ ਪਹਿਲੇ ਅੰਗੂਠਾ ਤੇ ਸਾਈਨ ਕਰਵਾ ਲਏ ਸੀ ਇਹਨਾਂ ਦੇ? ਨਹੀਂ ਹਾਂਜੀ ਕਿਉਂਕਿ ਇਹ ਰਕਮ ਲਿਖੀ ਸੀ ਆਪਾਂ ਤੇ ਨਾਲ ਅੰਗੂਠਾ ਲਵਾਇਆ ਸੀ। ਤੇ ਸਾਈਨ ਕਰਵਾਉਣ ਲੱਗੇ ਮੈਨੂੰ ਫੋਨ ਆ ਗਿਆ। ਮੈਂ ਕਿ ਰਕਮ ਜਦੋਂ ਆਪਾਂ ਲਿਖਣ ਲੱਗੇ ਤਾਂ ਮੈਨੂੰ ਫੋਨ ਆ ਗਿਆ। ਮੈਂ ਫੋਨ ਦੇ ਵਿੱਚ ਰੁੱਝ ਗਿਆ, ਫੋਨ ਖਾਸ ਹੀ ਕੋਈ ਸੁਣਨਾ ਪੈਣਾ ਸੀ। ਤੇ ਇਹਨਾਂ ਨੇ ਸਾਈਨ ਪਹਿਲੇ ਤੇ ਅੰਗੂਠਾ ਪਹਿਲੇ ਲੱਗ ਗਿਆ ਸੀਗਾ ਤੇ ਰਕਮ ਬਾਅਦ 'ਚ ਲਿਖਣੀ ਸੀਗੀ? ਹਾਂਜੀ, ਕਿਉਂਕਿ ਇਹ ਸਾਈਨ ਕਰਾਂਗੇ, ਅੰਗੂਠਾ ਲਾਣਗੇ ਤੇ ਫਿਰ ਹੀ ਮੈਂ ਰਕਮ ਲਿਖਾਂਗਾ। ਉੱਦਾਂ ਤਾਂ ਮੇਰੇ ਬਾਅਦ ਵਿੱਚ ਕਰਦੇ ਨਹੀਂ, ਕਿਉਂਕਿ ਇਹ ਮੰਨਦੇ ਨਹੀਂ, ਕਹਿੰਦੇ ਆਪਾਂ ਨੂੰ ਇੱਦਾਂ ਹੀ ਚਾਹੀਦੇ। ਮੈਂ ਕਿਹਾ ਇੱਦਾਂ ਨਹੀਂ ਦੇਣੇ, ਤੁਸੀਂ ਬਾਹਰੋਂ ਲੈ ਲਓ ਜਾ ਕੇ। ਆਪਾਂ ਬਿਆਨਾ ਗਿਰਾਇਆ ਤੇ ਆਪਾਂ ਰਕਮ ਸਾਡੇ ਕੋਲ ਨਹੀਂ ਹੈਗੀ। ਇਹ ਸਾਡੇ ਕੋਲ ਤਰਲੇ ਮਾਰ ਕੇ ਜਬਰਦਸਤੀ ਸਾਨੂੰ ਪ੍ਰੈਸ਼ਰ ਪਾ ਕੇ ਸਾਡੇ ਕੋਲ ਰਕਮ ਮੰਗਦੇ ਸੀ। ਆਪਾਂ ਨਹੀਂ ਦੇਣ ਨੂੰ ਤਿਆਰ ਕਿ ਉਹ ਕਹਿੰਦੇ ਨੇ ਕਿ ਬਿਆਨਾ ਨਹੀਂ ਸੀ ਕੀਤਾ ਸੀ, ਬਿਆਨਾ ਮਤਲਬ ਵੀ ਅਸੀਂ ਅਨਪੜ੍ਹ ਬੰਦੇ ਆ, ਸਾਨੂੰ ਨਹੀਂ ਪਤਾ। ਇਹਨਾਂ ਨੇ ਪੇਪਰਾਂ ਦੇ ਸਾਈਨ ਕਰਵਾਏ ਨੇ ਤੇ ਬਿਆਨਾ ਸਾਨੂੰ ਕਰਵਾ ਲਿਆ ਧੋਖੇ ਦੇ ਨਾਲ, ਜਦ ਕਿ ਅਸੀਂ ਵਿਆਜੀ ਪੈਸੇ ਲਏ ਤੇ 8% ਵਿਆਜ ਅਸੀਂ ਦਿੰਦੇ ਰਹੇ ਹਾਂ। ਲੋਕਡਾਊਨ ਦੇ ਵਿੱਚ ਵੀ, ਮੇਰਾ ਸਵਾਲ ਸੁਣ ਲਿਓ, ਲੋਕਡਾਊਨ ਦੇ ਵਿੱਚ ਵੀ ਅਸੀਂ ਵਿਆਜ ਦਿੱਤਾ ਹੈ ਤੇ ਜਦੋਂ ਦਾ ਅਸੀਂ ਵਿਆਜ ਦੇ ਰਹੇ ਹਾਂ, ਲਗਭਗ 2-2.5 ਸਾਲ ਹੋ ਗਏ ਅਸੀਂ ਇਹਨਾਂ ਦੇ ਚੱਕਰ ਦੇ ਵਿੱਚ ਫਸੇ ਹੋਏ ਹਾਂ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਇਹਨਾਂ ਨੇ ਕਿਹਾ 2.5 ਸਾਲ ਤੋਂ ਵਿਆਜ ਦੇ ਰਹੇ। ਇਹਨਾਂ ਦਾ ਇਹੀ ਲਫ਼ਜ਼ ਵੀ ਨੋਟ ਕਰੋ, 2.5 ਸਾਲ ਦਾ ਕੋਈ ਬਿਆਨਾ ਹੁੰਦਾ ਜਾਂ ਇਹਨਾਂ ਨੇ ਬਿਆਨਾ ਮੇਰੇ ਨਾਲ 2.5 ਸਾਲ ਦਾ ਕੀਤਾ। ਇਹ ਕਿੱਦਾਂ ਕਹਿੰਦੇ 2.5 ਸਾਲ ਦਾ? ਇੱਥੋਂ ਦੇ ਫੜੇ ਜਾਂਦੇ ਨੇ ਕਿ ਝੂਠ ਬੋਲਦੇ ਨੇ। 10 ਮਹੀਨੇ ਹੋ ਗਏ ਮੈਨੂੰ ਇਹਦੇ ਘਰ ਘੁੰਮਦੇ ਨੂੰ। ਮੈਂ ਕਹਿੰਦਾ ਕਿ ਬਿਆਨਾ ਹੋਇਆ, ਰਜਿਸਟਰੀ ਕਰਾਓ। ਇਹ ਸਗੋਂ ਉਲਟੀ ਪਲੈਨਿੰਗ ਬਣਾ ਕੇ ਮੈਨੂੰ ਕਦੋਂ ਦੇ ਹੱਥੀਂ ਪੈਣ ਨੂੰ ਤਿਆਰ ਸੀ। ਤੇ ਇਹ ਮੈਨੂੰ ਘਰ ਬੁਲਾਉਂਦੇ ਸੀ ਬਹਾਨੇ ਨਾਲ ਕਿ ਇਹਨਾਂ ਦੇ ਆਪਾਂ ਜਨਾਨੀਆਂ ਅੱਗੇ ਕਰਕੇ ਹੱਥੀਂ ਪਵਾ ਕੇ ਪਰਚਾ ਪਵਾ ਕੇ ਇਹਨੂੰ ਨੱਪ ਲਾਂਗੇ। ਤੇ ਮੈਨੂੰ ਕਹਿੰਦੇ ਕਿ ਤੈਨੂੰ ਥੋੜ੍ਹਾ ਅੱਗੇ ਪੈਸੇ ਦੇਵਾਂ, ਪ੍ਰੈਸ਼ਰ ਬਣਾਉਂਦੇ ਸੀ। ਮੈਂ ਕਿਹਾ ਮੈਂ ਪੈਸੇ ਮੈਨੂੰ ਜਿਹੜੇ ਹੈਗੇ ਆ ਤੇ ਆਪਣਾ ਬਿਆਨਾ ਹੋਇਆ ਤੇ ਮੈਨੂੰ ਰਜਿਸਟਰੀ ਕਰਵਾ ਕੇ ਦਿਓ। ਜਿਹੜਾ ਬੰਦਾ ਉਹਨਾਂ ਦੇ ਨਾਲ ਆਇਆ ਸੀਗਾ ਉਹਨੇ ਵੀ ਗਵਾਹੀ ਦਿੱਤੀ ਹੈ ਕਿ ਮੇਰੇ ਸਾਹਮਣੇ ਕੱਪੜੇ ਪਾੜੇ ਨੇ ਬੰਟੀ ਨੇ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਰ ਉਹਨੇ 20,000 ਰੁਪਏ ਦੀ ਆਪਣੀ ਡਿਮਾਂਡ ਪਾਈ ਕਿ ਮੈਂ ਤੁਹਾਡਾ ਕੰਮ ਕਰਾ ਦਾਂਗਾ ਤਾਂ ਮੈਨੂੰ 20,000 ਰੁਪਏ ਦੇ ਦਿਓ। ਉਹ ਸਾਡੇ ਸਾਹਮਣੇ ਗੱਲ ਹੋਈ ਹੈ, ਇੱਥੇ ਲੋਕ ਖੁਦ ਮੰਨ ਕੇ ਗਿਆ ਕਿ ਮੈਨੂੰ ਉੱਧਰੋਂ 20,000 ਰੁਪਏ ਮਿਲਣਾ। ਨਾਲ ਇੱਕ ਬੰਦਾ ਹੋਰ ਹੈਗਾ ਜਿਹੜਾ ਸਾਡਾ ਗਲੀ ਦੇ ਪ੍ਰਧਾਨ ਕਹਿੰਦਾ ਆਪਣੇ ਆਪ ਨੂੰ, ਉਹਨੂੰ ਵੀ 20,000 ਦੀ ਇਹਨਾਂ ਨੇ ਆਫਰ ਦਿੱਤੀ ਹੋਈ ਹੈ, ਜਿਹੜਾ ਮੰਨੇਗਾ ਨਹੀਂ। ਤੇ ਉਹ ਤਾਂ ਇਹਨਾਂ ਪਿੱਛੇ ਲੱਗੇ ਹੋਏ ਨੇ ਕਿ ਸ਼ਾਇਦ ਉਹਨਾਂ ਨੂੰ ਪੈਸੇ ਮਿਲ ਜਾਣਗੇ। ਤੇ ਪੈਸੇ ਉਹ ਮੇਰੇ ਹੀ ਪੈਸੇ ਵਿੱਚੋਂ ਕੱਟ ਕੇ ਇਹਨਾਂ ਨੂੰ ਦੇਣਾ ਚਾਹੁੰਦੇ ਕਿ ਇਹਨਾਂ ਦਾ ਘੱਟ ਤੋਂ ਘੱਟ ਇਹਨੂੰ ਪੈਸੇ ਦਿਵਾਓ ਸਾਡੇ ਕੋਲੋਂ ਤੇ ਆਪਾਂ ਤੁਹਾਨੂੰ ਵੀ ਚੁੱਕਾਂਗੇ। ਤੁਹਾਡੇ ਵੱਲੋਂ ਕਿਹੜੀ ਕਾਰਵਾਈ ਕੀਤੀ ਗਈ ਹੁਣ? ਸਰ ਮੇਰੇ ਵੱਲੋਂ ਹਾਲੇ ਕੋਈ ਕਾਰਵਾਈ, ਮੈਂ ਸਿਰਫ ਇਹਨਾਂ ਨੂੰ ਨੋਟਿਸ ਭੇਜਿਆ ਵਾ ਕਿ ਮੈਨੂੰ ਜਾਂ ਤਾਂ ਬਿਆਨਾ ਆਪਣਾ ਜਿਹੜਾ ਹੋਇਆ ਵਾ ਉਹਦੀ ਰਜਿਸਟਰੀ ਕਰਵਾ ਦਿਓ ਜਾਂ ਮੇਰਾ ਬਿਆਨਾ ਵਾਪਸ ਕਰੋ। ਮੈਂ ਤਾਂ ਇੰਨਾ ਨਹੀਂ ਕਿਹਾ ਤੇ ਇਹ ਇਸ਼ੂ ਬਣਾ ਕੇ ਦੂਜੇ ਬੰਨੇ ਤੁਰੇ ਹੋਏ ਨੇ। ਪਲੱਸ ਇਹ ਕਹਿੰਦੇ ਸੀ ਗਰੀਬ ਨਹੀਂ ਹੈਗੇ। ਆ ਦੇਖੋ ਮੇਰੇ ਕੋਲ ਇਹਨਾਂ ਦੇ 1 ਸਾਲ ਦੀ ਸਟੇਟਮੈਂਟ ਹੈਗੀ ਆ ਜਿਹ 'ਚ ਇਹ 1 ਮਹੀਨੇ 'ਚ 1 ਲੱਖ ਰੁਪਇਆ ਕਮਾ ਰਹੇ ਮਹੀਨਾ। ਇਹ ਸਟੇਟਮੈਂਟ ਮੇਰੇ ਕੋਲ ਹੈਗੀ ਹੈ, ਇੱਥੇ ਪੜ੍ਹ ਲਓ। 1 ਲੱਖ ਰੁਪਏ ਮਹੀਨਾ ਇਹਨਾਂ ਦਾ ਮੁੰਡਾ ਕਮਾ ਰਿਹਾ। ਇਹ ਗਰੀਬ ਕਿੱਥੋਂ ਹੈਗੇ ਨੇ? 2-2 ਏਸੀ ਇਹਨਾਂ ਦੇ ਘਰ ਲੱਗੇ ਆ। ਤੁਸੀਂ ਘਰ ਕੋਠੇ ਜਾ ਕੇ ਦੇਖੋ। ਇਸ ਜੋ ਵੀ ਬੋਲ 2-3 ਮੋਟਰਸਾਈਕਲ ਆ ਜੀ। ਇਹ ਸਾਰਾ ਕੁਝ ਝੂਠ ਬੋਲਦੇ ਆ। ਜਨਾਨੀ ਐਡੀ ਝੂਠੀ ਹੈ, ਇਹਨੇ ਰੋਲ ਹੋ ਗਏ ਆ ਉਹ ਸੱਚੀ ਹੋਈ ਹੈ ਨਾ। ਇਹ ਵਿਊ ਬਣਾਉਂਦੀ ਹੈ ਆਪਣੀ ਕਿ ਮਹਿਸੂਸ ਕਰਾਉਂਦੀ ਹੈ ਕਿ ਮੈਂ ਸਹੀ ਹਾਂ ਤੇ ਇਹ ਬੰਦੇ ਗਲਤ ਹੈਗੇ। ਜੇ ਆਪਾਂ ਗਲਤ ਹੈ ਤਾਂ ਆਪਾਂ ਫਿਰ ਇਹਨਾਂ ਨੂੰ ਕਿਉਂ ਨੋਟਿਸ ਭੇਜਿਆ ਵਾ ਜੇ ਅਸੀਂ ਗਲਤ ਹੈਗੇ? ਜੇ ਅਸੀਂ ਕਹਿੰਦੇ ਅਸੀਂ ਜੱਜ ਸਾਹਿਬ ਸਾਹਮਣੇ ਆਪਾਂ ਤੁਸੀਂ ਆਪਣਾ ਪੱਖ ਰੱਖੋ, ਅਸੀਂ ਆਪਣਾ ਪੱਖ ਰੱਖਦੇ ਹਾਂ। ਜਿਹੜਾ ਸਹੀ ਹੈਗਾ ਆਪੀ ਨੂੰ ਪਤਾ ਲੱਗ ਜਾਏਗਾ। ਤੇ ਆਪਾਂ ਤਾਂ ਇੱਦਾਂ ਕੀਤਾ ਨਹੀਂ ਜਿਵੇਂ ਇਹ ਕਰਦੇ ਪਏ। ਸਾਡੇ ਨਾਲ ਹੱਥੋਂ ਪਾਈ ਵੈਨ ਸਾਡੇ ਘਰ ਆਏ ਨੇ, ਆਪਾਂ ਥੋੜ੍ਹੀ ਗਏ ਹਾਂ। ਤੁਹਾਡੀ ਕੀ ਡਿਮਾਂਡ ਆ? ਸਰ ਮੇਰੀ ਡਿਮਾਂਡ ਹੈ ਕਿ ਮੇਰਾ ਇਨਸਾਫ ਹੋਏ। ਮੇਰਾ ਜਿਹੜਾ ਬਿਆਨਾ ਉਹਨੂੰ ਇਹਨੂੰ ਨਜ਼ਰ ਦੇ ਵਿੱਚ ਰੱਖ ਕੇ ਤੇ ਜਾਂ ਤਾਂ ਮੈਨੂੰ ਰਜਿਸਟਰੀ ਕਰਵਾ ਕੇ ਦੇਣ ਤੇ ਜਾਂ ਮੇਰਾ ਬਿਆਨਾ ਡਬਲ ਦਵਾਉਣ। ਜੇ ਨਹੀਂ, ਹਾਂਜੀ ਬਹੁਤ ਬਹੁਤ ਧੰਨਵਾਦ। ਸੋ ਮੋਨਿਕਾ ਵੱਲੋਂ ਲਗਾਏ ਗਏ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ ਵਿਜੇ ਕੁਮਾਰ ਲੁਥਰਾ ਵੱਲੋਂ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬਿਆਨਾ ਕੀਤਾ ਹੈ, ਪ੍ਰਾਪਰਟੀ ਖਰੀਦਣ ਵਾਸਤੇ ਕੀਤਾ ਹੈ ਤੇ ਹੁਣ ਅਗਰ ਉਹ ਪੈਸੇ ਦੇਣੇ ਚਾਹੁੰਦੇ ਨੇ ਤਾਂ ਸਾਡੇ ਪੂਰੇ ਪੈਸੇ ਦੇ ਦੇਵੇ, ਨਹੀਂ ਤਾਂ ਸਾਨੂੰ ਰਜਿਸਟਰੀ ਕਰਾਵੇ। ਕੈਮਰਾਮੈਨ ਅਸ਼ਵਨੀ ਦੇ ਨਾਲ ਵਿਕਰਮ ਗਿੱਲ, ਖਬਰ ਹਰਪਲ ਇੰਡੀਆ, ਅੰਮ੍ਰਿਤਸਰ।